हेमोफीलिया डे जिहड़ा है वो सैलीब्रेट करन दे विच एक मौका मिलिया जिहदे सानू हेमोफीलिया सोसाइटी लुधियाना दे चैप्टर ने सानू इनवाइट कीता सीगा। तो इन्हां दे जिहड़े प्रेजिडेंट ने वो मैडम पूजा जैन जी ने ते जिहड़े सैक्रटरी ने वो विकास गुप्ता जी ने। तो शुक्रगुजार हाँ CMC लुधियाना का जिन्हों ने कि अज वर्ल्ड हेमोफीलिया डे सैलीब्रेट किया। तो ये सारे ही जोड़े रिश्तेदार ने बच्चे ने या जोड़े हेमोफीलिया के बड़े लोग भी ने जोड़े कि अडल्ट ने जिन्होंने आप कह दीजिए वो भी जोड़े आए ने जोड़े कि खुद इस बीमारी तो ग्रस्त है। जिमें ਇਹ ਬਿਮਾਰੀ ਜਿਹੜੀ ਹੈਗੀ ਸਾਡੀ ਹੀਮੋਫੀਲੀਆ ਇੱਕ ਅਨੁਵੰਸ਼ਿਕ ਬਿਮਾਰੀ ਹੈ ਜਿਹੜੀ ਕਿ ਇੱਕ ਬੱਚੇ ਨੂੰ ਜਨਮ ਤੋਂ ਹੁੰਦੀ ਹੈ, ਜਿਹਨੂੰ ਕਿ ਹੈਰੀਡਿਟੀ ਵੀ ਕਿਹਾ ਜਾਂਦਾ ਤੇ ਜਨਮ ਤੋਂ ਹੀ ਪੈਦਾ ਹੋਣ ਦੇ ਸਾਰੇ ਬਿਮਾਰੀ ਚਾਲੂ ਹੁੰਦੀ ਹੈ ਤੇ ਬੰਦੇ ਦੇ ਨਾਲ ਮਰਨ ਤੱਕ ਰਹਿੰਦੀ ਆ। ਕੀ ਕੁਝ ਫੇਸ ਕਰਨਾ ਪਿਆ? ਬਹੁਤ ਕੁਝ ਫੇਸ ਕਰਨਾ ਪਿਆ ਸਰ। ਸਭ ਤੋਂ ਪਹਿਲੇ ਤਾਂ ਆਪਣੀ ਸਾਰੀ ਮੂਵਮੈਂਟ ਲਿਮਿਟਡ ਹੋ ਜਾਂਦੀ, ਆਪਾਂ ਨੂੰ ਦੂਜੇ ਬੰਦੇ ਤੇ ਡਿਪੈਂਡ ਰਹਿਣਾ ਪੈਂਦਾ ਹੈਗਾ ਜੀ। ਬਹੁਤ ਕੁਝ ਕਾਫੀ ਕੁਝ ਸਾਨੂੰ ਸੁਣਨ ਨੂੰ ਵੀ ਮਿਲਿਆ ਹੁਣ ਇਹ ਬਿਮਾਰੀ ਨਾਲ ਫੇਸ ਕਰਦੇ ਹੋਏ। ਕਈ ਵਾਰ ਆਪਣੇ ਹੀ ਕਹਿ ਦਿੰਦੇ ਨੇ ਕਿ ਸਾਥ ਛੱਡਣ ਦਾ ਆ ਜਾਂਦਾ ਕਿ ਆਪਣੇ ਸਾਥ ਛੱਡ ਜਾਂਦੇ ਨੇ। ਹੋ ਜਾਂਦਾ ਕਈ ਵਾਰ ਫਰਸਟ੍ਰੇਟ ਹੋ ਜਾਂਦੇ ਜਦੋਂ ਬਾਰ-ਬਾਰ ਦੇਖਦੇ ਹੋ ਬੰਦੇ ਨੂੰ ਪ੍ਰੋਬਲਮ ਆ ਰਹੀ ਹੈ, ਕਿਉਂਕਿ ਮੈਨੂੰ ਹਫਤੇ ਦੇ ਵਿੱਚ 2 3 4 4 ਅਸੀਂ ਹਫਤੇ ਦੇ 3 ਚੱਕਰ ਵੀ PGI ਲਗਾਏ ਹੋਏ ਆ ਸਰ ਜਗਰਾਓਂ ਤੋਂ। मैंने एक ब्लड कैंप भी लगा चुकी हूँ हैं और उसके साथ हम एवरी सेकंड संडे हम एवरी मंथ में हम मीटिंग करते हैं जिसमें पेशेंट्स आते हैं और उनके लिए हम मतलब कि मुश्किलों के लिए जो मतलब कि सॉल्व हो जाए उनसे तो उनकी मदद करते हैं। ਦਾ ਚਿਰਾਗ ਨਿਊਜ਼ ਦੇਖ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਇਸ ਬਿਮਾਰੀ ਤੋਂ ਲੰਬੇ ਸਮੇਂ ਤੋਂ ਸਫਰ ਕਰ ਰਹੇ ਨੇ। ਕਹਿੰਦੇ ਨੇ ਕਿ ਐਸਾ ਰੋਗ ਨਹੀਂ ਕੋਈ ਜਿਹਦੀ ਹੈ ਨਹੀਂ ਦਵਾ, ਲੇਕਿਨ ਉਹਦੇ ਲਈ ਹੌਸਲਾ ਆਪਾਂ ਨੂੰ ਕਰਨਾ ਪੈਂਦਾ ਹੈ। ਹੌਸਲਾ ਨਹੀਂ ਛੱਡਣਾ। ਹਰ ਚੀਜ਼ ਮੁਸੀਬਤ ਆਉਂਦੀ ਹੈ ਲੇਕਿਨ ਜੋ ਹੌਸਲਾ ਰੱਖ ਕੇ ਡਟ ਕੇ ਲੜਦਾ ਆਖਿਰਕਾਰ ਉਹ ਪਾਰ ਹੋ ਹੀ ਜਾਂਦਾ ਹੈ। ਇਹ ਵੀਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਜੋ ਇੰਨੇ ਲੰਬੇ ਸਮੇਂ ਤੋਂ ਇਸ ਬਿਮਾਰੀ ਨਾਲ ਸਫਰ ਕਰ ਰਿਹਾ, ਲੇਕਿਨ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਮੱਥੇ 'ਤੇ ਕੋਈ ਸ਼ਿਕਨ ਨਹੀਂ, ਅੱਜ ਵੀ ਉਹ ਲੜਨ ਨੂੰ ਤਿਆਰ ਹੈ। ਵੀਰ ਆਪਣਾ ਨਾਮ ਕੀ ਹੈ? ਅਭਿਸ਼ੇਕ ਰਾਣਾ। ਕਿੰਨੇ ਟਾਈਮ ਤੋਂ ਇਸ ਬਿਮਾਰੀ ਤੋਂ ਸਫਰ ਕਰ ਰਹੇ? ਜਦੋਂ ਮੇਰੀ ਉਮਰ 8 ਮਹੀਨੇ ਦੀ ਸੀ, 27 ਸਾਲ ਹੋ ਗਏ ਅੱਜ। ਕੀ ਕੁਝ ਫੇਸ ਕਰਨਾ ਪਿਆ? ਬਹੁਤ ਕੁਝ ਫੇਸ ਕਰਨਾ ਪਿਆ ਸਰ। ਸਭ ਤੋਂ ਪਹਿਲੇ ਤਾਂ ਆਪਣੀ ਸਾਰੀ ਮੂਵਮੈਂਟ ਲਿਮਿਟਡ ਹੋ ਜਾਂਦੀ, ਆਪਾਂ ਨੂੰ ਦੂਜੇ ਬੰਦੇ ਤੇ ਡਿਪੈਂਡ ਰਹਿਣਾ ਪੈਂਦਾ ਹੈਗਾ ਜੀ। ਬਹੁਤ ਕੁਝ ਕਾਫੀ ਕੁਝ ਸਾਨੂੰ ਸੁਣਨ ਨੂੰ ਵੀ ਮਿਲਿਆ ਹੁਣ ਇਹ ਬਿਮਾਰੀ ਨਾਲ ਫੇਸ ਕਰਦੇ ਹੋਏ। ਕਈ ਵਾਰ ਆਪਣੇ ਹੀ ਕਹਿ ਦਿੰਦੇ ਨੇ ਕਿ ਸਾਥ ਛੱਡਣ ਦਾ ਆ ਜਾਂਦਾ ਕਿ ਆਪਣੇ ਸਾਥ ਛੱਡ ਜਾਂਦੇ ਨੇ। ਹੋ ਜਾਂਦਾ ਕਈ ਵਾਰ ਫਰਸਟ੍ਰੇਟ ਹੋ ਜਾਂਦੇ ਜਦੋਂ ਬਾਰ-ਬਾਰ ਦੇਖਦੇ ਹੋ ਬੰਦੇ ਨੂੰ ਪ੍ਰੋਬਲਮ ਆ ਰਹੀ ਹੈ, ਕਿਉਂਕਿ ਮੈਨੂੰ ਹਫਤੇ ਦੇ ਵਿੱਚ 2 3 4 4 ਅਸੀਂ ਹਫਤੇ ਦੇ 3 ਚੱਕਰ ਵੀ PGI ਲਗਾਏ ਹੋਏ ਆ ਸਰ ਜਗਰਾਓਂ ਤੋਂ। PGI ਕਿਸ ਤਰ੍ਹਾਂ ਤੁਹਾਨੂੰ ਡੀਲ ਕੀਤਾ ਗਿਆ PGI ਵੱਲੋਂ? PGI ਬਸ ਸਰ ਉੱਥੇ ਐਂ ਹੁੰਦਾ ਸੀਗਾ ਜਾਓ ਪਲਾਜ਼ਮਾ ਲਗਵਾਓ ਵਾਪਸ ਆ ਜਾਓ। ਇਹ ਨਹੀਂ ਦੱਸਦੇ ਸੀਗੇ ਵੀ ਜਦੋਂ ਬਲੀਡ ਹੁੰਦੀ ਆ ਕੀ ਤੁਸੀਂ ਪ੍ਰੀਕਾਸ਼ਨਸ ਕਰਨੇ ਆ। ਅਵੇਅਰਨੈਸ ਨਹੀਂ ਸੀਗੇ, ਅਵੇਅਰ ਘੱਟ ਕਰਦੇ ਸੀਗੇ ਉਹ ਸਰ। ਹਾਂਜੀ, ਉਸੇ ਵਜ੍ਹਾ ਨਾਲ ਮੇਰੀ ਜ਼ਿਆਦਾ ਪ੍ਰੋਬਲਮ ਜਿਹੜੀ ਹੋਈ ਸੀ ਉਹ ਖਰਾਬ ਹੋ ਗਏ ਸੀ ਜੁਆਇੰਟਸ। ਜਾਣਕਾਰੀ ਪੂਰੀ ਨਾ ਦੇਣ ਕਰਕੇ ਜਾਂ ਨਾ ਹੋਣ ਕਰਕੇ ਫਿਰ ਤੁਸੀਂ ਸਡਨਲੀ CMC ਆਪਣਾ ਟ੍ਰੀਟਮੈਂਟ ਕਰਵਾਇਆ? CMC ਕਰਵਾਇਆ ਫਿਰ ਸਰ। CMC ਤੋਂ ਵੀ ਜਦੋਂ ਮੈਂ ਆਇਆ ਸੀਗਾ ਤਾਂ ਮੇਰੀ ਪੂਰੇ ਐਂ ਸੀ, ਦੋਨੋਂ ਲੈਗਸ ਪੂਰੀਆਂ ਐਂ ਬੈਂਡ ਸੀਗੀਆਂ। ਮੈਂ ਕਰੋਲ ਕਰਦਾ ਸੀ ਜਿਵੇਂ ਛੋਟੇ ਬੱਚੇ ਕਰੋਲ ਕਰਦੇ ਆ। ਉਸ ਤੋਂ ਆਉਣ ਤੋਂ ਬਾਅਦ ਸਰ ਨਾਲ ਮਿਲੇ, ਫਿਰ ਔਰਥੋ ਵਾਲੇ ਸਰ ਨਾਲ ਮਿਲੇ। ਉਹਨਾਂ ਨੇ ਕਿਹਾ ਵੀ ਅਸੀਂ ਟਰਾਈ ਕਰ ਸਕਦੇ ਹਾਂ। ਅਸੀਂ ਕਿਹਾ ਕੋਈ ਨਹੀਂ ਟਰਾਈ ਕਰਦੇ ਹਾਂ, ਮੈਂ ਤੁਹਾਡੇ ਨਾਲ ਖੜਾ, ਜਿੰਨਾ ਮੈਂ ਕਰ ਸਕੂੰਗਾ ਆਪਾਂ ਆਪਣੇ ਵੱਲੋਂ ਕਰਾਂਗੇ। ਸਰ ਦੀ ਹਿੰਮਤ ਅਤੇ ਅੱਜ ਤੱਕ ਮੇਰੀ ਸਰ ਦੀ ਸਾਰਾ ਕੁਝ ਸਰ ਦੀ ਮਿਹਨਤ ਨਾਲ ਹੀ ਹੋਇਆ, ਕਿਉਂਕਿ ਅਸੀਂ ਤਾਂ ਸਿਰਫ ਪੇਸ਼ੈਂਟ ਸੀ, ਜੋ ਕਰਨਾ ਸੀ ਉਹਨਾਂ ਨੇ ਕਰਨਾ ਸੀ, ਉਹਨਾਂ ਉੱਤੇ ਡਿਪੈਂਡ ਸੀਗਾ। ਅੱਜ ਸਰ ਦੀ ਬੋਬੀ ਸਰ, ਜੋਸਫ ਸਰ ਅਤੇ ਬਾਕੀ ਉਹਨਾਂ ਦੀ ਸਾਰੀ ਟੀਮ ਦੀ ਕੋਸ਼ਿਸ਼ ਸਦਕਾ ਦੇਖ ਲਓ ਮੈਂ ਮੈਡੀਸਿਨ ਦੇ ਨਾਲ ਜੋ ਡਾਕਟਰਾਂ ਨੇ ਹੌਸਲਾ ਦਿੱਤਾ ਉਹ ਵੀ ਆਖਿਰਕਾਰ ਇੱਥੇ ਤੱਕ ਲੈ ਆਇਆ। ਹਾਂਜੀ ਹਾਂਜੀ। ਅਤੇ ਕਿੰਨੀ ਕੁ ਇੰਪਰੂਵਮੈਂਟ ਆ ਬ੍ਰਦਰ ਉਸ ਤੋਂ ਬਾਅਦ ਜਦੋਂ ਟ੍ਰੀਟਮੈਂਟ? ਮੈਂ ਪਹਿਲੇ ਵੀਲ ਚੇਅਰ 'ਤੇ ਸੀ, ਦੂਜੇ ਬੰਦੇ 'ਤੇ ਡਿਪੈਂਡ ਸੀ। ਅੱਜ ਮੈਨੂੰ ਕਿਸੇ 'ਤੇ ਡਿਪੈਂਡ ਹੋਣ ਦੀ ਲੋੜ ਨਹੀਂ, ਮੈਂ ਜਿੱਥੇ ਜਾਵਾਂ ਉੱਥੇ ਜਾ ਸਕਦਾ ਵਾਂ। ਆਪਾਂ ਦੇਖਦੇ ਹਾਂ ਕਿ ਛੋਟੇ ਛੋਟੇ ਬੱਚੇ ਹਾਲੇ ਸ਼ੁਰੂਆਤ ਵੀ ਨਹੀਂ ਹੋਈ ਉਹਨਾਂ ਦੀ ਜ਼ਿੰਦਗੀ ਦੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਬਿਮਾਰੀ ਤੋਂ ਸਫਰ ਕਰ ਰਹੇ ਹੋ, ਅਤੇ ਉਹਨਾਂ ਨੂੰ ਤੁਸੀਂ ਅਪੀਲ ਵੀ ਜੋ ਬੱਚੇ ਦੇਖ ਸਕਣ ਜਾਂ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ, ਟ੍ਰੀਟਮੈਂਟ ਕਰ ਰਹੇ ਆ, ਤੁਸੀਂ ਅੱਜ ਇੱਕ ਤੁਰਦੀ ਫਿਰਦੀ ਮਿਸਾਲ ਹੋਣ ਵਾਲੀ ਕੀ ਮੈਸੇਜ ਦੋਗੇ ਉਹਨਾਂ ਨੂੰ? ਮੈਸੇਜ ਦੇਣਾ ਹਿੰਮਤ ਨਹੀਂ ਹਾਰਨੀ, ਬਸ ਆਪਣੀ ਕੇਅਰ ਜਿੰਨੀ ਰੱਖ ਸਕਦੇ ਉਨੀ ਆਪਣੀ ਕੇਅਰ ਰੱਖਣੀ, ਕਿਉਂਕਿ ਸਭ ਤੋਂ ਮੈਨੂੰ ਤਾਂ ਆਪਣੇ ਆਪ ਦੇ ਉੱਤੇ ਉਹ ਕਰਨਾ। ਸਾਡੇ ਟਾਈਮ 'ਤੇ ਅਵੇਅਰਨੈਸ ਨਹੀਂ, ਹੁਣ ਤਾਂ ਅਵੇਅਰਨੈਸ ਹੈਗੀ ਆ। ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਬੱਚੇ ਆਹ ਕੰਮ ਨਹੀਂ ਕਰਨਾ, ਇਹ ਕੰਮ ਤੋਂ ਪਰਹੇਜ਼ ਰੱਖੋ, ਕਿਉਂਕਿ ਅਸੀਂ ਵੀ ਆਪਣੇ ਘਰਦਿਆਂ ਦੇ ਨਹੀਂ ਹੁੰਦੇ ਤਾਂ ਹੀ ਅਸੀਂ ਇੱਥੇ ਪਹੁੰਚੇ ਹਾਂ। ਉਹਨਾਂ ਨੂੰ ਇਹ ਆ ਵੀ ਜਿਵੇਂ ਉਹਨਾਂ ਦੇ ਪੇਰੈਂਟਸ ਕਹਿੰਦੇ ਆ ਉਵੇਂ ਕਰੋ ਤੁਸੀਂ। ਅਸੀਂ ਵੀ ਆਪਣੇ ਚੈਨਲ ਵੱਲੋਂ ਉਹਨਾਂ ਡਾਕਟਰਾਂ ਨੂੰ ਸਲੂਟ ਕਰਦੇ ਹਾਂ, ਉਹਨਾਂ ਡਾਕਟਰਾਂ ਦੀ ਟੀਮ ਨੂੰ ਸਲੂਟ ਕਰਦੇ ਹਾਂ ਜੋ ਮੈਡੀਸਿਨ ਦੇ ਨਾਲ ਇਹੋ ਜਿਹੇ ਭਰਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ। जोसेफ हूँ, CMC लुधियाना से। मैं एक हीमेटोलॉजिस्ट हूँ। आज हम वर्ल्ड हीमोफीलिया डे मनाने के लिए जमा हुआ है और लुधियाना हीमोफीलिया सोसाइटी के जोड़ के हम CMC और लुधियाना हीमोफीलिया सोसाइटी के दौरान हमने ये मीटिंग कर रहा है। अप्रैल 17 वर्ल्ड हीमोफीलिया डे होती है, वो हम कन्वीनियंस के हिसाब से आज मनाया किया। वर्ल्ड हीमोफीलिया डे का थीम है एक्सेस टू ऑल और प्रिवेंशन ऑफ ब्लीडिंग
थ्रू ग्लोबल स्टैंडर्ड ऑफ केयर इन हीमोफीलिया। इसके मतलब है कि हीमोफीलिया जो केयर है सारे दुनिया में होना चाहिए, सारे पेशेंट्स को मिलना चाहिए, और हम ब्लीड को बंद करने के लिए जो भी तरीके यूज़ करना है वो करना चाहिए। हीमोफीलिया एक ऐसा बीमारी होती है जिसमें फैक्टर 8 की कमी होती है, वो पूरी करने के लिए हमने फैक्टर की ज़रूरत है पेशेंट्स को देने के लिए। वो अभी इंडिया में नेशनल हेल्थ मिशन के दौरान फ्री फैक्टर्स अवेलेबल है। सीएमसी में भी हम एचएफ के दौरान फ्री फैक्टर्स देती हैं। पेशेंट्स को जोड़ में इसके कारण कॉम्प्लिकेशंस आती है, कभी कभी सर्जरी की भी ज़रूरत होती है, वो हम सीएमसी में करते हैं। फैक्टर हम फ्री देते हैं सीएमसी में। और आज हमारे साथ लुधियाना के नोडल ऑफिसर डॉक्टर गुरिंदर ग्रेवाल भी शामिल है। वो स्टेट के दौरान फ्री फैक्टर सिविल हॉस्पिटल्स में अभी आ रहा है और गवर्नमेंट मेडिकल कॉलेजेस में भी अवेलेबल है। तो ये जो मुद्दा सबको बताने के लिए और इनका जो केयर इम्प्रूव करने के लिए हम आज आए हैं, और आप हमारे साथ शामिल होने के लिए धन्यवाद। पेशेंट को ज़्यादा होती है, ये कोई खास कारण जिसकी वजह से पता चलता है कि इन कारणों की वजह से बीमारी होती है? हीमोफीलिया जन्म से होती है। लगभग 6 महीने के बाद जब बच्चा हिलना जुलना शुरू हो जाता है तब इसका मैनिफेस्टेशन होती है। इसके लिए परमानेंट इलाज अभी तक नहीं है, एक्सेप्ट फॉर जीन थेरेपी। वो काफ़ी महंगी है, वो अभी इंडिया में धीरे धीरे आ रहा है, लेकिन अच्छे अच्छे फैक्टर्स अभी अवेलेबल है जिसके साथ हम बीमारी को अच्छी तरह कंट्रोल कर सकता है। एक तो फैक्टर है, और दूसरा हम फिजियोथेरेपी देना चाहिए और जोड़ों को बीमारी को कम रखने के लिए या बंद रखने के लिए। उसके लिए भी हमारे साथ पूरे टीम है, और पेशेंट्स विद हीमोफीलिया जो हैं हमारे साथ आना और कॉम्प्रिहेंसिव हीमोफीलिया केयर आप इस्तेमाल कर लीजिए जो हमारे पास अवेलेबल है। सर, आप मरीज को डॉक्टरी जांच के अलावा घर पे कुछ ऐसा एडवाइस देना चाहोगे जिससे इस बीमारी में थोड़ी राहत मिले? करेक्ट। तो एक्सेस एक्टिविटीज़ बंद रखना है और चोट को कम करने के लिए प्लान करना है। और तीसरा है, अब हम यही प्रमोट कर रहा है कि होम थेरेपी के लिए फैक्टर के साथ, तो पेरेंट्स को सीखना चाहिए फैक्टर कैसे लगाना है। मेरा नाम जी डॉक्टर गुरिंदरदीप ਸਿੰਘ ਗਰੇਵਾਲ ਹੈ ਜੀ, ਤੇ ਮੇਰੇ ਨਾਲ ਡਾਕਟਰ ਜਸਕਰਨ ਹੈ। ਇਹ ਸਾਡੇ ਸਿਵਲ ਹਸਪੀਟਲ ਲੁਧਿਆਣਾ ਦੇ ਪੀਡੀਆਟ੍ਰੀਸ਼ੀਅਨ ਨੇ, ਤੇ ਮੈਂ ਬਤੌਰ ਬਲੱਡ ਬੈਂਕ ਦੇਖਦਾ ਜੀ ਸਿਵਲ ਹਸਪੀਟਲ ਲੁਧਿਆਣਾ ਦਾ। ਤੋਂ ਅੱਜ ਸੀਐਮਸੀ ਅਸੀਂ ਆਏ ਹਾਂ, ਸਾਨੂੰ ਇੱਕ ਹੀਮੋਫੀਲੀਆ ਡੇ ਜਿਹੜਾ ਹੈ ਉਹ ਸੈਲੀਬ੍ਰੇਟ ਕਰਨ ਦੇ ਵਿੱਚ ਇੱਕ ਮੌਕਾ ਮਿਲਿਆ, ਜਿਹਦੇ ਸਾਨੂੰ ਹੀਮੋਫੀਲੀਆ ਸੁਸਾਇਟੀ ਲੁਧਿਆਣਾ ਦੇ ਚੈਪਟਰ ਨੇ ਸਾਨੂੰ ਇਨਵਾਈਟ ਕੀਤਾ ਸੀਗਾ। ਤਾਂ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਮੈਡਮ ਪੂਜਾ ਜੈਨ ਜੀ ਨੇ, ਤੇ ਜਿਹੜੇ ਸੈਕਟਰੀ ਨੇ ਉਹ ਵਿਕਾਸ ਗੁਪਤਾ ਜੀ ਨੇ। ਤੋ ਇਹਨਾਂ ਦੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ, ਤੇ ਨਾਲ ਹੀ ਮੈਂ ਸ਼ੁਕਰਗੁਜ਼ਾਰ ਹਾਂ ਸੀਐਮਸੀ ਲੁਧਿਆਣਾ ਦਾ, ਜਿਨ੍ਹਾਂ ਨੇ ਕਿ ਅੱਜ ਵਰਲਡ ਹੀਮੋਫੀਲੀਆ ਡੇ ਸੈਲੀਬ੍ਰੇਟ ਕੀਤਾ। ਤੇ ਇਹਦੇ ਵਿੱਚ ਸਾਰੇ ਹੀ ਜਿਹੜੇ ਰਿਸ਼ਤੇਦਾਰ ਨੇ, ਬੱਚੇ ਨੇ, ਜਾਂ ਜਿਹੜੇ ਹੀਮੋਫੀਲੀਆ ਦੇ ਬੜੇ ਲੋਕ ਵੀ ਨੇ, ਜਿਹੜੇ ਕਿ ਅਡਲਟ ਨੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਉਹ ਵੀ ਜਿਹੜੇ ਆਏ ਨੇ, ਜਿਹੜੇ ਕਿ ਖੁਦ ਇਸ ਬਿਮਾਰੀ ਤੋਂ ਗ੍ਰਸਤ ਹੈ। ਜਿਵੇਂ ਕਿ ਸਭ ਨੂੰ ਪਤਾ ਕਿ ਹੀਮੋਫੀਲੀਆ ਇੱਕ ਜਮਾਂਦਰੂ ਬਿਮਾਰੀ ਹੈ, ਜਿਹਨੂੰ ਜੈਨੇਟਿਕਲੀ ਐਕਸ ਲਿੰਕ ਰਿਸੈਸਿਵ ਡਿਸਆਰਡਰ ਕਿਹਾ ਜਾਂਦਾ ਹੈ। ਇਹ ਜ਼ਿਆਦਾਤਰ ਮਰਦਾਂ ਮੇਲ ਚਾਈਲਡ ਦੇ ਵਿੱਚ ਹੀ ਹੁੰਦੀ ਹੈ, ਫੀਮੇਲ ਇਹਦੇ ਸਿਰਫ ਕੈਰੀਅਰ ਹੀ ਹੁੰਦੇ ਆ। ਤੋ ਅਸੀਂ ਤੇ ਇੱਕ ਸਟੇਟ ਰਨ ਪ੍ਰੋਗਰਾਮ ਨੂੰ ਰਿਪਰੈਜ਼ੈਂਟ ਕਰਦੇ ਹਾਂ, ਔਰ ਇਹ ਮੈਂ ਸਾਰੇ ਹੀ ਜਿੰਨੇ ਵੀ ਹੀਮੋਫੀਲੀਆ ਦੇ ਬੱਚੇ ਜਿਹੜੇ ਪ੍ਰਭਾਵਿਤ ਨੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਸਾਡਾ ਸੁਸਾਇਟੀ ਹੈ, ਜਿਹੜੀ ਪੰਜਾਬ ਸਟੇਟ ਹੈ, ਉਹ ਸਾਰਿਆਂ ਨੂੰ ਫ੍ਰੀ ਫੈਕਟਰ 9 ਤੇ ਫੈਕਟਰ 8 ਪ੍ਰੋਵਾਈਡ ਹੁੰਦਾ। ਹੁਣ ਫੈਕਟਰ ਜਿਹੜਾ 8 ਹੈ ਉਹਨੂੰ ਹੀਮੋਫੀਲੀਆ ਏ ਵੀ ਕਿਹਾ ਜਾਂਦਾ, ਤੇ ਫੈਕਟਰ ਜਿਹੜਾ 9 ਹੈ ਉਹਨੂੰ ਹੀਮੋਫੀਲੀਆ ਬੀ ਵੀ ਕਿਹਾ ਜਾਂਦਾ। ਇਹ ਦੋਨੋਂ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਕਸ-ਲਿੰਕਡ ਰਿਸੈਸਿਵ ਡਿਸਆਰਡਰਸ ਨੇ, ਔਰ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਹੈ ਉਹ ਬਲੀਡਿੰਗ ਹੁੰਦੀ ਹੈ। ਔਰ ਇਹ ਬਲੀਡਿੰਗ ਇਹ ਨਹੀਂ ਪਤਾ ਕਦੋਂ ਹੋ ਜਾਣੀ ਹੈ, ਕਦੇ ਬੱਚਾ ਕਿਤੇ ਖੇਲਦਾ ਹੋਇਆ ਕਿਤੇ ਸਾਈਕਲ ਤੋਂ ਗਿਰ ਗਿਆ, ਜਾਂ ਕਿਤੇ ਹੋਰ ਕਿਤੇ ਕੁਝ ਸੱਟ ਲੱਗ ਗਈ, ਸਕੂਲ ਕਿਸੇ ਬੱਚੇ ਨੇ ਖੇਲਦੇ ਖੇਲਦੇ ਉਹਨੂੰ ਧੱਕਾ ਦੇ ਦਿੱਤਾ, ਤਾਂ ਬਲੀਡਿੰਗ ਹੁੰਦੀ ਹੈ। ਜ਼ਿਆਦਾਤਰ ਜਿਹੜੀ ਬਲੀਡਿੰਗ ਹੈ ਉਹ ਤੁਹਾਡੇ ਜੁਆਇੰਟਸ ਦੇ ਵਿੱਚ ਹੁੰਦੀ ਹੈ। ਜੁਆਇੰਟ ਹੋ ਗਿਆ, ਬ੍ਰੇਨ ਹੋ ਗਿਆ, ਜਾਂ ਇੰਟਰਨਲ ਕੈਵਿਟੀਜ਼ ਹੋ ਗਈਆਂ ਕਿਤੇ ਵੀ, ਔਰ ਉਹ ਬਹੁਤ ਦਰਦਨਾਕ ਹੁੰਦੀ ਹੈ। ਔਰ ਇਸ ਬੱਚੇ ਨੂੰ ਫੌਰਨ ਜਿਹੜਾ ਉਹ ਫੈਕਟਰ ਦੀ ਜ਼ਰੂਰਤ ਹੁੰਦੀ ਹੈ। ਇਨੀਸ਼ੀਅਲ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜਾ ਸੀਗਾ ਇਹ ਫਰੈਸ਼ ਫਰੋਜ਼ਨ ਪਲਾਜ਼ਮਾ ਵਗੈਰਾ ਦੇ ਕੇ ਇਹਨੂੰ ਯੂਟੀਲਾਈਜ਼ ਕੀਤਾ। ਹੌਲੀ ਜਿਹੜੀ ਹੈ ਉਹ ਸਾਇੰਸ ਐਡਵਾਂਸ ਹੁੰਦੀ ਗਈ, ਔਰ ਜਿਹੜੇ ਫੈਕਟਰ ਇਹ ਆਉਣ ਲੱਗ ਗਏ। ਫੈਕਟਰ ਆਉਣ ਦੇ ਨਾਲ ਫਾਇਦਾ ਇਹ ਹੋ ਗਿਆ ਕਿ ਇਹਦੀ ਜਿਹੜੀ ਬਾਕੀ ਟਰਾਂਸਫਿਊਜ਼ਨ ਟਰਾਂਸਮਿਟਡ ਇਨਫੈਕਸ਼ਨਸ ਨੇ ਉਹ ਨਹੀਂ ਹੁੰਦੀਆਂ, ਜਿਹੜੀਆਂ ਕਿ ਤੁਹਾਨੂੰ ਕਿਸੇ ਬਾਕੀ ਚੀਜ਼ਾਂ 'ਚ ਹੋਣ ਦੀ ਦੂਰ ਹੈ। ਇਹ ਹੁਣ ਦੋ ਤਰ੍ਹਾਂ ਦੇ ਹੋ ਗਏ, ਇੱਕ ਰਿਕੰਬੀਰੈਂਟ ਹੋ ਗਿਆ ਤੇ ਇੱਕ ਪਲਾਜ਼ਮਾ ਡਰਾਈਵਡ ਹੋ ਗਏ। ਅੱਜ ਕੱਲ੍ਹ ਜ਼ਿਆਦਾ ਜਿਹੜਾ ਟਰੈਂਡ ਆ ਉਹ ਰਿਕੰਬੀਰੈਂਟ ਦਾ ਹੁੰਦਾ,
इस करके ਜਿਹੜੀ ਸਟੇਟ ਗਵਰਨਮੈਂਟ ਹੈ ਉਹ ਤੁਹਾਨੂੰ ਜਿਹੜਾ ਹੈਗਾ ਉਹ ਫੈਕਟਰਸ ਪ੍ਰੋਵਾਈਡ ਕਰਦੀ ਹੈ ਔਰ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ। मेरा नाम पूजा जैन है, मैं हेमोफीलिया सोसाइटी लुधियाना चैप्टर की प्रेसिडेंट हूँ। एंड मतलब कि ये अभी थोड़े टाइम से वर्कआउट चल रहा है, इसमें 2016 से बनी हुई है, मगर थोड़े टाइम से ये जो वर्कआउट नहीं हुआ, अभी दोबारा से इसका स्टार्ट हुआ है वर्कआउट, तो इसको मैं देख रही हूँ खुद। इसको अवेयरनेस करने के लिए आपकी तरफ से कोई सेमिनार कोई कैंप्स वगैरह जिसके लिए पब्लिक में ज़्यादा से ज़्यादा इस बीमारी के बारे में जानकारी फैलाई जा सके, ये आपकी तरफ से ऐसा कदम उठाया जा रहा है? हाँ जी, मैंने एक ब्लड कैंप भी लगा चुकी हूँ हैं, और उसके साथ हम एवरी सेकंड संडे हम एवरी मंथ में हम मीटिंग करते हैं, जिसमें पेशेंट्स आते हैं और उनके लिए हम मतलब कि मुश्किलों के लिए जो मतलब कि सॉल्व हो जाए उनसे, तो उनकी मदद करते हैं। और कई पेशेंट्स को जैसे ऑपरेट होता है, ये सीएमसी में ही ऑपरेट होता है, तो सर हमारे को कॉल करते हैं, डॉक्टर जोसेफ जॉन, तो वो उनके थ्रू हम थोड़ी सी डोनेशन वगैरह भी हम मतलब कि अरेंज करते हैं ताकि उनका ट्रीटमेंट हो सके। कई पॉसिबिलिटी नहीं कर सकते इस चीज़ की। मैम आप मरीजों के लिए क्या कहेंगे जो अवेयरनेस कम है, जिनको लगता है कि ये बीमारी एक से दूसरे को फैल सकती है, अवेयरनेस की कमी की वजह से, आप उनको क्या मैसेज देना चाहोगे? ऐसे ये ट्रांसफरेबल नहीं है, मगर ये है कि हम तो यही कहेंगे कि आप मीटिंग्स में आओ तो आप ज़्यादा से ज़्यादा लोगों को जुड़ के रहने के लिए कहेंगे, तो उनको और अवेयरनेस मीटिंग्स में ही सॉल्व होती हैं ये सारी चीज़ें हैं, और उनको नॉलेज मिलती है वहाँ पे कि ये प्रॉब्लम किस तरह से हम कम कर सकते हैं। कम मतलब कि हम उनकी दिक्कतों को कम कर सकते हैं, ये हम वहाँ पे मीटिंग्स में सॉल्व करते हैं ये प्रॉब्लम। सर मैं आने वाले टाइम पर सुनने में मैम आपकी तरफ से भी ऐसा कदम उठाया जाएगा कि आप मोहल्ले वाइज जाकर या घर से जाकर किसी बीमारी के बारे में अवेयरनेस फैला सकें, कैंप लगाए जाएँ डिस्ट्रिक्ट वाइज मोहल्ला वाइज? हाँ जी, ज़रूर होगा। हमारी टीम इस पे वर्कआउट भी कर रही है, और हमने अपने पेशेंट्स को जो मिलते हैं हमारे को, जिसको प्रॉब्लम हमारे को नहीं पता चलती है, तो हम उनको अवेयर करते हैं। जैसे कि हमारे फैमिली फ्रेंड है, चेन्नई से आए थे, उनका ही कोई मतलब कि फैक्ट्री में वर्कर है, तो उसको प्रॉब्लम थी, उसको मैंने कई चीज़ें बता के उसकी दिक्कत कम करी है। वो आज वो भी थैंकफुल है इस चीज़ के लिए कि हाँ जी मेरी हेल्प हो गई। विकास गोयल सर, मैं हेमोफीलिया सोसाइटी का जनरल सैकटरी पंजाब तो बिलोंग करते हैं, तो लुधियाना चैप्टर ਨੂੰ रिप्रजेंट कर रहे हैं। सर जी आप बीमारी हेमोफीलिया के बारे की सिस्टम में सर ਇਹ ਬਿਮਾਰੀ ਜਿਹੜੀ ਹੈਗੀ ਸਾਡੀ ਹੈਮੋਫੀਲੀਆ ਇੱਕ ਅਨੁਵੰਸ਼ਿਕ ਬਿਮਾਰੀ ਹੈ ਜਿਹੜੀ ਕਿ ਇੱਕ ਬੱਚੇ ਨੂੰ ਜਨਮ ਤੋਂ ਹੁੰਦੀ ਹੈ, ਜਿਹਨੂੰ ਕਿ ਹੈਰੀਡਿਟੀ ਵੀ ਕਿਹਾ ਜਾਂਦਾ, ਤੇ ਜਨਮ ਤੋਂ ਹੀ ਪੈਦਾ ਹੋਣ ਦੇ ਹੀ ਸਾਰੇ ਬਿਮਾਰੀ ਚਾਲੂ ਹੁੰਦੀ ਹੈ ਤੇ ਬੰਦੇ ਦੇ ਨਾਲ ਮਰਨ ਤੱਕ ਰਹਿੰਦੀ ਆ। ਸਰ ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਅੱਜ ਦੀ ਡੇਟ ਦੇ ਵਿੱਚ ਸਰ ਇਹਦਾ ਇਲਾਜ ਬਹੁਤ ਥੋੜਾ ਸੌਖਾ ਹੋ ਚੁੱਕਾ ਸਾਡੇ ਲਈ। ਫੈਕਟਰਸ ਅਵੇਲੇਬਲ ਨੇ ਜਿਹੜੇ ਕਿ ਸਾਡੀ ਬੋਡੀ ਦੇ ਵਿੱਚ ਪ੍ਰੋਟੀਨ ਦੀ ਕਮੀ ਹੁੰਦੀ ਹੈ ਸਰੀਰ ਦੇ ਵਿੱਚ, ਉਹ ਪ੍ਰੋਟੀਨ ਸਾਨੂੰ ਅੱਜ ਹਸਪੀਟਲ ਦੇ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਾਏ ਜਾਂਦੇ ਨੇ, ਤੇ ਸਾਡੇ ਲਈ ਇਲਾਜ ਈਜ਼ੀ ਹੋ ਚੁੱਕਿਆ। ਲੇਕਿਨ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਸਾਡੇ ਲਈ ਇਲਾਜ ਬਹੁਤ ਮੁਸ਼ਕਿਲ ਸੀ, ਜਿਹਦੇ ਕਰਕੇ ਅਸੀਂ ਸਾਰੇ ਬਹੁਤ ਜ਼ਿਆਦਾ ਹੀਮੋਫੀਲਿਕ ਮਰੀਜ਼ ਹੈਂਡੀਕੈਪ ਵੀ ਹੋ ਚੁੱਕੇ ਹਾਂ, ਤੇ ਨਾਲ ਅਦਰ ਵਾਇਰਸਿਸ ਦੇ ਨਾਲ ਵੀ ਇਫੈਕਟਡ ਹੋ ਚੁੱਕੇ ਆ। ਉਸ ਦਾ ਕਾਰਨ ਇਹ ਰਿਹਾ ਕਿਉਂਕਿ ਸਾਨੂੰ ਪਲਾਜ਼ਮਾ ਤੇ ਬਲੱਡ ਮਿਲਦਾ ਸੀ। बीमारी के पेशेंट को सिमिलर पैटर्न देखा गया है जिਵੇਂ ਕਿ ਇਨਵਾਇਰਨਮੈਂਟ ਦਾ ਹੋਵੇ ਜਾਂ ਇਸ ਇਨਵਾਇਰਨਮੈਂਟ ਦੇ ਪੇਸ਼ੈਂਟਸ ਨੂੰ ਬਿਮਾਰੀ ਜ਼ਿਆਦਾ ਹੋ ਰਹੀ ਹੋਵੇ? ਨਹੀਂ ਸਰ, ਇਸਦਾ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈ। ਇਹ ਜੈਨਰਿਕ ਬਿਮਾਰੀ ਹੈ, ਜਿਵੇਂ ਆਮ ਤੌਰ 'ਤੇ ਇਹਦੇ ਵਿੱਚ ਮਦਰ ਕੈਰੀਅਰ ਹੁੰਦੀ ਹੈ ਤੇ ਅੱਗੇ ਬੇਟਾ ਉਹਦਾ ਹੀਮੋਫੀਲਿਕ ਹੁੰਦਾ। ਲੜਕੀਆਂ ਦੇ ਵਿੱਚ ਕੈਰੀਅਰ ਹੁੰਦੀਆਂ ਨੇ ਤੇ ਲੜਕਿਆਂ ਦੇ ਵਿੱਚ ਹੀ ਜ਼ਿਆਦਾ ਬਿਮਾਰੀ ਦੇਖਣ ਨੂੰ ਮਿਲਦੀ ਹੈ। ਇਸ ਫੈਕਟਰ ਨੂੰ ਰਾਉਂਡ ਫਿਗਰ ਕੀਤਾ ਗਿਆ? ਨਹੀਂ ਜੀ, ਨਹੀਂ ਜੀ, इसदे विच यानी कि जम्मदे बच्चे ਤੋਂ ਹੀ ਬਿਮਾਰੀ ਸ਼ੁਰੂ ਹੁੰਦੀ ਆ ਤੇ ਇਸ ਫੈਕਟਰ ਦਾ ਕੋਈ ਇਫੈਕਟ ਨਹੀਂ ਹੈ। ਲੇਕਿਨ ਯੰਗ ਏਜ ਦੇ ਵਿੱਚ ਇਹ ਬਿਮਾਰੀ ਦੇ ਨਾਲ ਜੂਝਣ ਵਾਲੇ ਬੱਚੇ ਜਿਨ੍ਹਾਂ ਨੂੰ ਫੈਕਟਰ ਟਾਈਮ ਤੇ ਨਹੀਂ ਮਿਲਦੇ ਉਹ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਸਰ ਮੈਡੀਕਲ ਸਹੂਲੀਅਤ ਤੋਂ ਇਲਾਵਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕੀ ਪਰਹੇਜ਼ ਕਰ ਸਕਦਾ ਇਸ ਬਿਮਾਰੀ ਦੇ ਵਿੱਚ ਜੋ ਰਿਲੀਫ ਮਿਲੇ? ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਫਿਜ਼ੀਓਥੈਰੇਪੀ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਅਗਰ ਉਹ ਫਿਜ਼ੀਓਥੈਰੇਪੀ ਲਗਾਤਾਰ ਕਰਦਾ ਤਾਂ ਉਹਦੀ ਬਿਮਾਰੀ ਦੀਆਂ ਪ੍ਰੋਬਲਮ ਜਿਹੜੀਆਂ ਦਿੱਕਤਾਂ ਆਉਣ ਵਾਲੀਆਂ ਟਾਈਮ ਦੇ ਵਿੱਚ ਬਹੁਤ ਘੱਟ ਜਾਂਦੀਆਂ ਨੇ।